ਗੁੰਡਿਆਂ ਨੇ ਤੇ ਗੁੰਡਾਗਰਦੀ ਕੀਤੀ ਕਾਂਗਰਸੀਆਂ ਨੇ ਤੇ ਬਦਮਾਸ਼ੀ ਕੀਤੀ ਦਹਿਸ਼ਤ ਪੈਦਾ ਕਰਨ ਲਈ, ਡਰ ਪੈਦਾ ਕਰਨ ਲਈ, ਕਾਂਗਰਸੀਆਂ ਨੂੰ ਚੋਣਾਂ ਲਟਾਉਣ ਵਾਸਤੇ ਪੁਲਿਸ ਵੱਲੋਂ ਅਕਾਲੀ ਉਮੀਦਵਾਰਾਂ ਤੇ ਅਕਾਲੀ ਆਗੂਆਂ ਤੇ 307 ਦਾ ਸਰਾਸਰ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। 307 ਦਾ ਮੁਕੱਦਮਾ ਦਰਜ ਹੋਣਾ ਮਤਲਬ ਜ਼ਿੰਦਗੀ ਤਬਾਹ ਕਰਨਾ। ਖਬਰ ਲੈਂਦੇ ਤਰਨਤਾਰਨ ਤੋਂ ਨਗਰ ਪੰਚਾਇਤੀ ਭਿੱਖੀਵਿੰਡ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਗਏ ਅਹਿਮ ਖੁਲਾਸੇ। ਬੀਤੀ ਦਿਨੀ ਜਿੱਥੇ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਭਿੱਖੀਵਿੰਡ ਨਗਰ ਪੰਚਾਇਤ ਦਫ਼ਤਰ ਛਾਉਣੀ ਵਿੱਚ ਤਬਦੀਲ ਹੋ ਗਿਆ, ਉੱਥੇ ਹੀ ਕੁਝ ਕਾਂਗਰਸੀ ਵਰਕਰਾਂ ਵੱਲੋਂ ਗੁੰਡਾਗਰਦੀ ਕਰਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਅਤੇ ਭਿੱਖੀਵਿੰਡ ਪੁਲਿਸ ਵੱਲੋਂ ਅਕਾਲੀ ਵਰਕਰਾਂ ਦੇ ਪਰਚੇ ਦਰਜ ਕੀਤੇ ਗਏ, ਜਿਸ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਅਦਾਲਤ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਗੁੰਡਿਆਂ ਨੇ ਤੇ ਗੁੰਡਾਗਰਦੀ ਕੀਤੀ ਕਾਂਗਰਸੀਆਂ ਨੇ ਤੇ ਬਦਮਾਸ਼ੀ ਕੀਤੀ ਪਰ ਜੋ ਪੁਲਿਸ ਦਾ ਰੋਲ ਸੀਗਾ ਕਿ ਜਿਹੜੇ ਲੋਕਾਂ ਨੇ ਕਾਨੂੰਨ ਤੋੜਿਆ ਆ, ਬਦਮਾਸ਼ੀ ਕੀਤੀ ਆ, ਗੁੰਡਾਗਰਦੀ ਕੀਤੀ ਹੈ, ਉਹਨਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਨਾ, ਉਲਟਾ ਦਹਿਸ਼ਤ ਪੈਦਾ ਕਰਨ ਲਈ, ਡਰ ਪੈਦਾ ਕਰਨ ਲਈ, ਕਾਂਗਰਸੀਆਂ ਨੂੰ ਚੋਣਾਂ ਲਟਾਉਣ ਵਾਸਤੇ ਪੁਲਿਸ ਵੱਲੋਂ ਅਕਾਲੀ ਉਮੀਦਵਾਰਾਂ ਤੇ ਅਕਾਲੀ ਆਗੂਆਂ ਤੇ 307 ਦਾ ਸਰਾਸਰ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਬੜੀ ਵੱਡੀ ਦਹਿਸ਼ਤ ਹੈ, ਕੋਈ 57 ਤਾਂ ਹੈ ਨਹੀਂ। 307 ਦਾ ਮੁਕੱਦਮਾ ਦਰਜ ਹੋਣਾ ਮਤਲਬ ਜ਼ਿੰਦਗੀ ਤਬਾਹ ਕਰਨਾ। ਏਡਾ ਵੱਡਾ ਗੁਨਾਹ ਪੁਲਿਸ ਨੇ ਕੀਤਾ। ਪਰ ਮੈਂ ਮਾਣਯੋਗ ਸੈਸ਼ਨ ਕੋਰਟ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਬਹੁਤ ਹੀ ਪਿਆਰ ਵਾਲੇ, ਜਿਨ੍ਹਾਂ ਤੇ ਸਾਨੂੰ ਮਾਣ ਹੈ, ਐਡਵੋਕੇਟ JS ਢਿੱਲੋਂ, ਜਿਨ੍ਹਾਂ ਨੂੰ ਤੁਸੀਂ ਵੀ ਜਾਣਦੇ ਜੇ, ਜਿਹੜੇ ਬੜੇ ਰਿਪਿਊਟਡ ਐਡਵੋਕੇਟ ਨੇ, ਉਹਨਾਂ ਨੇ ਅਦਾਲਤ ਵਿੱਚ ਸਾਡੇ ਉਮੀਦਵਾਰਾਂ ਵੱਲੋਂ, ਸਾਡੇ ਅਕਾਲੀ ਆਗੂਆਂ ਵੱਲੋਂ ਜਿਹੜੀਆਂ ਜ਼ਮਾਨਤਾਂ ਲਾਈਆਂ ਸੀ ਤੇ ਅਦਾਲਤ ਨੇ ਜਿਹੜਾ ਇੰਟੈਰਮ ਬੇਲ ਜਿਹੜੀ ਹੈ 1 ਦਿਨ ਦੇ ਨੋਟਿਸ ਤੇ ਹੀ ਦੇ ਦਿੱਤੀ ਹੈ। ਔਰ ਕਿਉਂਕਿ ਜਦੋਂ ਤੁਸੀਂ ਕੇਸ ਪੜ੍ਹੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ SHO ਇਸ ਕੇਸ 'ਚ ਮਦਈ ਬਣਿਆ ਤੇ ਸਾਰੀ ਕਹਾਣੀ ਝੂਠੀ ਦਰਜ ਕੀਤੀ ਹੈ, ਝੂਠਾ ਬਿਆਨ ਬਣਾਇਆ ਆ। ਉਹਦੇ ਵਿੱਚ SHO ਕੀ ਕਹਿੰਦਾ ਆ ਕਿ ਅਕਾਲੀ ਦਲ ਦੇ ਲੋਕ ਆ ਰਹੇ ਸੀ ਤੇ ਉਸ ਭੀੜ ਦੀ ਅਗਵਾਈ ਅਮਰਜੀਤ ਸਿੰਘ ਢਿੱਲੋਂ, ਜਿਹੜੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਨੇ ਤੇ ਮੌਜੂਦਾ 6 ਨੰਬਰ ਵਾਰਡ ਤੋਂ ਉਮੀਦਵਾਰ ਨੇ, ਉਹ ਕਰ ਰਹੇ ਸੀ, ਜਿਨ੍ਹਾਂ ਦੇ ਹੱਥ 'ਚ ਪਿਸਤੌਲ ਸੀ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਫਾਇਰਿੰਗ ਕੀਤੀ। ਦੂਜੇ ਬੰਨੇ ਕੀ ਆ, ਇਹ ਪਰਸੋਂ 7 ਤਰੀਕ ਨੂੰ ਇੱਕ ਕੋਈ ਇਹਨਾਂ ਨੇ ਜਾਲੀ ਗੋਲੀ ਦਾ ਇੰਜਣ ਬਣਾਇਆ ਸੀਗਾ। ਉਹਦਾ ਜ਼ਖਮੀ ਸੀਗਾ, ਜਿਹਦਾ ਕਿ ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ 'ਚ ਕੋਈ ਹਵਾਲਾ ਹੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ। ਔਰ 7 ਤਰੀਕ ਨੂੰ ਉਹਦਾ ਬਿਆਨ ਦਰਜ ਕਰਦੇ ਹੈ ਤੇ ਉਹਦੇ 'ਚ ਉਹ ਜਿਹੜਾ ਬਿਆਨ ਕਰਤਾ ਆ ਸਤਨਾਮ ਸਿੰਘ, ਉਹ ਬਿਆਨ ਦਿੰਦਾ ਹੈ ਕਿ ਅਮਰਜੀਤ ਸਿੰਘ ਦੇ ਹੱਥ 'ਚ 12 ਬੋਰ ਸੀ ਤੇ ਕੋਠੇ ਤੇ ਚੜ੍ਹਿਆ ਸੀ, ਚੁਬਾਰੇ ਤੇ ਚੜ੍ਹਿਆ ਸੀ, ਉਹਨੇ ਚੁਬਾਰੇ ਤੋਂ ਫਾਇਰਿੰਗ ਕੀਤੀ। ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਐਡੀ ਝੂਠੀ ਕਹਾਣੀ ਘੜੀ ਹੈ ਤੇ ਅੱਜ ਉਹ ਸਾਰੀ ਨੰਗੀ ਹੋ ਗਈ ਤੇ ਸਾਰੇ ਉਮੀਦਵਾਰਾਂ ਨੂੰ ਜਿਹੜੀਆਂ ਸੈਸ਼ਨ ਕੋਰਟ ਨੇ ਕਾਨੂੰਨੀ ਪੱਖ ਦੇਖਦਿਆਂ ਹੋਇਆਂ, ਸਾਰੇ ਕੇਸ ਦੀ ਹਿਸਟਰੀ ਨੂੰ ਦੇਖਦਿਆਂ ਹੋਇਆਂ, ਜਿਹੜੀ ਪਾਰਟੀਬਾਜ਼ੀ ਦੀ ਫ੍ਰਿਕਸ਼ਨ ਕਰਕੇ ਉਹਨਾਂ ਨੇ ਜਿਹੜੀ ਆ ਇਹ ਇੰਟੈਰਮ ਬੇਲ ਜਿਹੜੀ ਆ
ਉਹ ਮੁਹੱਈਆ ਕਰਵਾਈ ਹੈ। 16 ਤਰੀਕ ਤੱਕ ਇਹ 16 ਤਰੀਕ ਤੱਕ ਆ। 16 ਤੱਕ ਇਹ ਆਪਣੀ ਜਿਹੜੀ ਆ ਇਨਵੈਸਟੀਗੇਸ਼ਨ ਵੀ ਪੁਲਿਸ ਕੋਲੇ ਜੁਆਇਨ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਆ ਸੈਸ਼ਨ ਕੋਰਟ ਜਿਹੜੀ ਅਗਲੀ ਕਾਰਵਾਈ ਉਹ ਆਪਦੀ ਕਰਨਗੇ। ਹੁਣ ਜਿਹੜੀ ਹੈਰਾਨੀ ਦੀ ਗੱਲ ਇਹਦੇ 'ਚ ਇਹ ਹੈ ਕਿ 2 ਤਰੀਕ ਨੂੰ ਮੁਕੱਦਮਾ ਦਰਜ ਕੀਤਾ ਜਾਂਦਾ ਹੈ, 3 ਤਰੀਕ ਸ਼ਾਮ ਦੇ ਟਾਈਮ ਮੈਂ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਦਫ਼ਤਰ 'ਚ ਮਿਲਦਾ ਹਾਂ ਐਪਲੀਕੇਸ਼ਨ ਲੈ ਕੇ। ਇੱਕ ਐਪਲੀਕੇਸ਼ਨ ਇਹ ਹੈ ਜਿਹੜੇ ਅਮਰਜੀਤ ਸਿੰਘ ਵਗੈਰਾ ਤੇ ਮੁਕੱਦਮਾ ਦਰਜ ਹੋਇਆ ਸੀ, ਅਮਰਜੀਤ ਸਿੰਘ ਦੀ ਪਤਨੀ ਵੱਲੋਂ ਕਿ ਮੁਕੱਦਮਾ ਝੂਠਾ ਦਰਜ ਹੋਇਆ ਹੈ, ਇਹਦੀ ਇਨਕੁਆਇਰੀ ਕੀਤੀ ਜਾਵੇ, ਜਾਂਚ ਕੀਤੀ ਜਾਵੇ, ਸਰਾਸਰ ਝੂਠਾ, ਸਾਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਤੇ ਦੂਜੀ ਦਰਖਾਸਤ ਇੱਕ ਸਾਡੇ ਉਮੀਦਵਾਰ ਵੱਲੋਂ ਸੀ ਕਿ ਮੈਂ ਕਾਗਜ਼ ਦਾਖਲ ਕਰਾਉਣ ਜਾ ਰਿਹਾ ਸੀ, ਇੰਨਾ ਕਾਂਗਰਸੀ ਉਮੀਦਵਾਰਾਂ ਨੇ, ਇੰਨਾ ਕਾਂਗਰਸੀ ਆਗੂਆਂ ਨੇ, ਐਸ ਕਾਂਗਰਸੀ ਧਾੜ ਨੇ ਜਿਨ੍ਹਾਂ ਨੂੰ ਮੈਂ ਪਛਾਣਦਾ ਤੇ ਬਾਕੀ ਅਣਪਛਾਤਿਆਂ ਨੇ, ਲਗਭਗ 200-250 ਵਿਅਕਤੀ ਜਿਹੜੇ ਅਣਪਛਾਤੇ ਸੀ, ਉਹਨਾਂ ਨੇ ਮੇਰੇ ਤੇ ਮੇਰੇ ਸਾਥੀਆਂ ਦੇ ਉੱਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜਾ ਹਮਲਾ ਕੀਤਾ, ਡਾਂਗਾਂ ਨਾਲ, ਸੋਟਿਆਂ ਨਾਲ, ਕਿਰਪਾਨਾਂ ਨਾਲ, ਪਿਸਤੌਲਾਂ ਨਾਲ ਤੇ ਬੰਦੂਕਾਂ ਨਾਲ ਤੇ ਅੰਨ੍ਹੇਵਾਹ ਜਿਹੜੀ ਫਾਇਰਿੰਗ ਕੀਤੀ ਗਈ ਤੇ ਆ ਦੋਸ਼ੀ ਹੈ, ਇਹਨਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਜਾ। ਐਸਐਸਪੀ ਨੇ ਉਹ ਦਰਖਾਸਤ ਰੱਖ ਲਈ, ਮਾਰਕ ਕਰਤੀ ਤੇ 4 ਫਰਵਰੀ ਨੂੰ ਉਹਨੇ ਬਕਾਇਦਾ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ, ਜਿਹਨੂੰ ਆਪਾਂ ਸਿੱਟ ਕਹਿ ਦਿੰਦੇ ਆ, SIT ਕਹਿ ਦਿੰਦੇ ਆ, ਉਹ ਜਿਹੜੇ SP ਡੀ ਵਾਲੀਆ ਸਾਹਿਬ ਨੇ ਉਹਨਾਂ ਨੂੰ ਉਹਦਾ ਮੁਖੀ, ਇੱਕ DSP ਇਕਬਾਲ ਸਿੰਘ ਨੇ ਤਰਨਤਾਰਨ ਤੋਂ, ਨਾਲ ਉਹ ਮੈਂਬਰ ਤੇ ਨਾਲ SHO ਭਿੱਖੀਵਿੰਡ, ਇਹ ਤਿੰਨਾਂ ਦੀ ਜਿਹੜੀ ਆ ਕਮੇਟੀ ਬਣਾ ਦਿੱਤੀ ਗਈ ਤੇ ਜਿਹਨੂੰ ਹੈੱਡ ਕਰਨਗੇ SP ਡੀ ਸਾਹਿਬ। ਇੱਕ ਬੰਨੇ ਤੇ ਸਾਰੀ ਇਨਵੈਸਟੀਗੇਸ਼ਨ ਸਿੱਟ ਕੋਲੇ ਹੈ ਤੇ ਦੂਜੇ ਬੰਨੇ ਦੇ ਜਿਮਣੀ ਤੇ ਜਿਮਣੀ ਬੰਦੇ ਪਾਏ ਜਾ ਰਹੇ ਆ, ਧੜਾਧੜ ਲਿਖੇ ਜਾ ਰਹੇ ਆ। ਉਹ ਕੌਣ ਕਰ ਰਿਹਾ ਹੈ? ਇੱਕ ASI ਲੈਵਲ ਦਾ ਜਾਂ ਇੱਕ SHO, ਜਿਹਦੇ ਕੋਲੇ ਸਿੱਟ ਬਣਨ ਤੋਂ ਬਾਅਦ ਅਧਿਕਾਰ ਹੀ ਕੋਈ ਨਹੀਂ। ਇਹ ਬੜਾ ਵੱਡਾ ਗੁਨਾਹ ਕੀਤਾ ਜਾ ਰਿਹਾ ਔਰ ਤੁਸੀਂ ਹੈਰਾਨ ਹੋ ਜਾਓਗੇ, ਜਿਹੜਾ ਮੁਕੱਦਮਾ ਦਰਜ ਕੀਤਾ ਗਿਆ 2 ਤਰੀਕ ਨੂੰ, ਜਾਂ ਤੇ ਜਿਹੜੇ ਮੇਲ ਮੈਂਬਰ ਉਮੀਦਵਾਰ ਸੀਗੇ ਉਹਨਾਂ ਤੇ ਦਰਜ ਕੀਤਾ ਗਿਆ ਤੇ ਜਾਂ ਜਿਹੜੀਆਂ ਬੀਬੀਆਂ ਉਮੀਦਵਾਰ ਸੀ ਉਹਨਾਂ ਦੇ ਘਰਦਿਆਂ ਤੇ ਦਰਜ ਕੀਤਾ ਗਿਆ। ਇੱਕ ਬੀਬੀ ਉਮੀਦਵਾਰ ਸੀ ਤੇ ਉਹਦੇ ਘਰ ਵਾਲੇ ਦੀ ਡੈਥ ਹੋਈ ਸੀ, ਉਹਨੂੰ ਵਿਚਾਰੇ ਨੂੰ ਮਰੇ ਨੂੰ ਬੜਾ ਚਿਰ ਹੋ ਗਿਆ। SHO ਸਾਹਿਬ ਨੇ ਉਹਦਾ ਨਾਮ ਵਿੱਚ ਲਿਖਤਾ ਆਪਦੇ ਮੁਕੱਦਮੇ ਦੇ ਵਿੱਚ ਕਿ ਜਿਹੜਾ ਸੁਰਿੰਦਰਪਾਲ ਹੈ ਇਹ ਵੀ ਭੀੜ ਦੇ ਵਿੱਚ ਸੀਗਾ। ਇੱਥੋਂ ਤੱਕ ਮਤਲਬ ਦੁੱਖ ਵਾਲੀਆਂ ਗੱਲਾਂ ਨੇ ਤੇ ਤਰਸ ਵੀ ਆਉਂਦਾ ਆ ਪੁਲਿਸ ਦੇ ਬਿਆਨਾਂ ਤੇ, ਪੁਲਿਸ ਦੀ ਕਾਰਵਾਈ ਤੇ। ਪਰ ਮੇਰੀ ਇੱਕੋ ਰਿਕੁਐਸਟ ਹੈ ਭਿੱਖੀਵਿੰਡ ਦੇ ਵਾਸੀਆਂ ਨੂੰ, ਭਿੱਖੀਵਿੰਡ ਸਾਡੇ ਹਲਕੇ ਦੀ ਸ਼ਾਨ ਹੈ, ਸਾਡਾ ਦਿਲ ਹੈ ਔਰ ਮੇਰਾ ਖਿਆਲ ਹੈ ਕਿ ਤਰਨਤਾਰਨ ਦੇ ਵਿੱਚੋਂ ਸਭ ਤੋਂ ਵੱਡਾ ਵਪਾਰਕ ਕੇਂਦਰ ਜਿਹੜਾ ਆ ਜ਼ਿਲ੍ਹੇ ਦੇ ਵਿੱਚੋਂ ਉਹ ਭਿੱਖੀਵਿੰਡ ਹੈ ਤੇ ਜਿੱਥੇ ਵਪਾਰੀ ਵਰਗ ਰਹਿੰਦਾ ਆ ਉਹਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਲਈ, ਉਹਨਾਂ ਦੇ ਵਿੱਚ ਸਹਿਮ ਪੈਦਾ ਕਰਨ ਲਈ, ਉਹਨਾਂ ਦੇ ਵਿੱਚ ਡਰ ਪੈਦਾ ਕਰਨ ਲਈ ਇਹ ਬਦਮਾਸ਼ੀ ਜਿਹੜੀ ਕੀਤੀ ਗਈ ਹੈ, ਗੁੰਡਾਗਰਦੀ ਕੀਤੀ ਗਈ ਹੈ। ਇਹ ਲੋਕ ਡਰ ਜਾਣ, ਅਸੀਂ ਜਿਹੜੀਆਂ ਚੋਣਾਂ ਆ ਉਹ ਇੱਕ ਪਾਸੜ ਜਿਹੜੀਆਂ ਕਿਸੇ ਦੀ ਜ਼ਰੂਰਤ ਹੀ ਨਾ ਪਵੇ, ਅਸੀਂ ਜਿੱਤ ਜਾਈਏ। ਤੇ ਮੇਰੀ ਭਿੱਖੀਵਿੰਡ ਦੇ ਵਾਸੀਆਂ ਨੂੰ ਇਹੀ ਅਪੀਲ ਹੈ, ਇੱਕ ਬੰਨੇ ਕਾਂਗਰਸੀਆਂ ਦੀ ਗੁੰਡਾਗਰਦੀ ਜੇ, ਜਿਨ੍ਹਾਂ ਨੇ ਲੋਕਲ ਪੁਲਿਸ ਦੇ ਨਾਲ, DSP ਦੇ ਨਾਲ, SHO ਦੇ ਨਾਲ, MLA ਦੀਆਂ ਹਦਾਇਤਾਂ ਦੇ ਮੁਤਾਬਕ ਹਮ ਮਸ਼ਵਰਾ ਹੋ ਕੇ ਜਿੰਨੇ ਵੀ ਕਾਂਗਰਸੀ ਸੀਗੇ ਉਹਨਾਂ ਨੇ ਇਹ ਬਦਮਾਸ਼ੀ ਕੀਤੀ। ਇੱਕ ਬੰਨੇ ਤੇ ਉਹ ਲੋਕ ਨੇ
ਜੇ ਤੁਸੀਂ ਉਹਨਾਂ ਦੇ ਹੱਕ 'ਚ ਭੁਗਤੋਗੇ ਤਾਂ ਇਹਦਾ ਮਤਲਬ ਹੈ ਬਦਮਾਸ਼ੀ ਨੂੰ, ਗੁੰਡਾਗਰਦੀ ਨੂੰ ਆਪਾਂ ਕਿਸੇ ਨਾ ਕਿਸੇ ਰੂਪ 'ਚ ਆਪਾਂ ਸ਼ਹਿ ਦੇ ਰਹੇ ਹਾਂ, ਉਹਦੇ ਭਾਗੀਦਾਰ ਬਣ ਰਹੇ ਹਾਂ। ਇਹ ਮਰਜ਼ੀ ਤੁਹਾਡੀ ਹੈ। ਜੇ ਬਦਮਾਸ਼ੀ ਚੰਗੀ ਲੱਗਦੀ ਹੈ, ਗੁੰਡਾਗਰਦੀ ਚੰਗੀ ਲੱਗਦੀ ਹੈ, ਤੇ ਬੇਸ਼ੱਕ ਬਦਮਾਸ਼ਾਂ ਨੂੰ ਜਾਂ ਗੁੰਡਿਆਂ ਨੂੰ ਜਾਂ ਗੁੰਡਾਗਰਦੀ ਕਰਾਉਣ ਵਾਲਿਆਂ ਨੂੰ ਵੋਟ ਪਾ ਦਿਓ, ਇਹ ਤੁਹਾਡੀ ਮਰਜ਼ੀ ਹੈ। ਤੇ ਜੇ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਜਦੋਂ ਦਾਸ ਕੋਲੇ ਸੇਵਾ ਸੀ ਇਸ ਇਲਾਕੇ ਦੀ, ਤੇ ਜੇ ਮੈਂ ਤੁਹਾਡੇ ਨਾਲ ਪਰਿਵਾਰ ਵਾਂਗ ਨਿਭਿਆ, ਹਮੇਸ਼ਾ ਹੀ ਇੱਥੇ ਅਮਨ ਸ਼ਾਂਤੀ ਤੇ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਭਿੱਖੀਵਿੰਡ ਦਾ ਹਰ ਪੱਖੋਂ ਵਿਕਾਸ ਕੀਤਾ ਜਿਹੜਾ ਕਿ ਨਰਕ ਦਾ ਰੂਪ ਸੀ ਇੱਕ ਤਰ੍ਹਾਂ, ਤੇ ਫਿਰ ਵੋਟ ਜਿਹੜੀ ਹੈ ਉਹ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਦਾਸ ਦੀ ਝੋਲੀ 'ਚ ਪਾਓ, ਸ਼੍ਰੋਮਣੀ ਅਕਾਲੀ ਦਲ ਨੂੰ ਪਾਓ। ਮੈਨੂੰ ਪਤਾ ਤੁਹਾਡੇ ਮਨ ਨੇ, ਔਰ ਕਾਂਗਰਸੀ ਜਾਂ ਵਿਰੋਧੀ ਡਰਦੇ ਵੀ ਇਸੇ ਗੱਲ ਤੋਂ ਹੀ ਹੈ, ਇਹਨਾਂ ਕਰਤੂਤਾਂ ਤੇ ਆਏ ਵੀ ਇਸੇ ਕਰਕੇ, ਤੁਹਾਡੇ ਤੋਂ ਡਰ ਲੱਗਦਾ ਹੈ, ਕਿਉਂਕਿ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਪਸ਼ਟ ਹੰਗਾਰੇ ਤੋਂ ਉਹਨਾਂ ਨੂੰ ਪਤਾ ਹੈ ਕਿ ਭਿੱਖੀਵਿੰਡ ਦੇ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ, ਕਿਉਂਕਿ ਪਿਛਲੇ 4 ਸਾਲਾਂ ਦੇ ਵਿੱਚ ਕਾਂਗਰਸੀ ਵਿਧਾਇਕ ਨੇ, ਕਾਂਗਰਸ ਸਰਕਾਰ ਨੇ ਭਿੱਖੀਵਿੰਡ ਦੇ ਵਿੱਚ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ। ਉਲਟਾ ਕੀ ਕੀਤਾ ਆ ਕਿ ਜਿਹੜੀ ਮੈਂ ਅਕਾਲੀ ਸਰਕਾਰ ਸਮੇਂ ਭਿੱਖੀਵਿੰਡ ਨੂੰ ਸਬ ਡਿਵੀਜ਼ਨ ਬਣਾਇਆ ਸੀ, ਤਹਿਸੀਲ ਬਣਾਇਆ ਸੀਗਾ, ਇੱਥੇ ਐਸਡੀਐਮ ਬੈਠਿਆ ਕਰਨਾ ਸੀਗਾ, ਤਹਿਸੀਲਦਾਰ ਬੈਠਣਾ ਸੀਗਾ, ਉਹ ਜਿਹੜੀ ਸਬ ਡਿਵੀਜ਼ਨ ਮੈਂ ਭਿੱਖੀਵਿੰਡ ਨੋਟੀਫਾਈ ਕਰਾਈ ਸੀਗੀ, ਉਸ ਸਬ ਡਿਵੀਜ਼ਨ ਨੂੰ ਇਹ ਚੁੱਕੀ ਫਿਰਦਾ ਆ, ਕਦੀ ਅਮਰਕੋਟ ਲੈ ਜਾਂਦਾ ਆ, ਕਦੀ ਬਲਟੋਏ ਲੈ ਜਾਂਦਾ ਆ, ਕਦੀ ਆਪਦੇ ਪਿੰਡ ਮਹਮੂਦਪੁਰੇ ਲੈ ਜਾਂਦਾ ਆ। ਉਹ ਸਬ ਡਿਵੀਜ਼ਨ ਦੇ ਪੈਰ ਨਹੀਂ ਲੱਗਣ ਦਿੰਦਾ। ਤੇ ਲੱਗਣ ਕਿਉਂ ਨਹੀਂ ਦਿੰਦਾ? ਇਸ ਕਰਕੇ ਨਹੀਂ ਲੱਗਣ ਦਿੰਦਾ ਕਿ ਉੱਥੇ ਨੇ ਜ਼ਮੀਨ ਜਿਹੜੀ ਸਸਤੀ ਹੈ, ਉਹ ਸਰਕਾਰ ਨੂੰ ਕਰੋੜ ਡੇਢ ਕਰੋੜ ਰੁਪਏ ਦਾ ਕਿੱਲਾ ਵੇਚੂਗਾ ਤੇ ਪੈਸਾ ਕਮਾਊਗਾ। ਪੈਸਾ ਕਮਾਉਣ ਦੀ ਖਾਤਰ, ਕਿਉਂ ਇਹ ਵਪਾਰੀ ਹੈ, ਲਟੇਰੇ ਨੇ। ਇਸ ਮਨਸ਼ਾ ਦੇ ਨਾਲ ਜਿਹੜੀ ਤੁਹਾਡੀ ਸਬ ਡਿਵੀਜ਼ਨ ਸੀ, ਜਿਹੜੀ ਮੈਂ ਭਿੱਖੀਵਿੰਡ ਵਾਸਤੇ ਲੈ ਕੇ ਆਇਆ ਸੀਗਾ, ਜਿਹੜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਇਸ ਇਲਾਕੇ ਨੂੰ ਬੜੀ ਵੱਡੀ ਦੇਣ, ਉਹ ਇਹ ਚੁੱਕੀ ਫਿਰਦੇ। ਇੱਕ ਬੰਨੇ ਸਬ ਡਿਵੀਜ਼ਨ ਲਿਆਉਣ ਵਾਲੇ ਹੈ ਕਿ ਸਾਡੇ ਲੋਕਾਂ ਨੂੰ ਪੱਟੀ ਵੀ ਨਾ ਜਾਣਾ ਪਵੇ। ਐਸਡੀਐਮ ਇੱਥੇ ਬੈਠੇ, ਤਹਿਸੀਲਦਾਰ ਇੱਥੇ ਬੈਠੇ, ਜੱਜ ਸਾਹਿਬਾਨ ਇੱਥੇ ਬੈਠਣ, ਸਾਡੇ ਲੋਕਾਂ ਨੂੰ ਕਾਰੋਬਾਰ ਮਿਲੇ, ਇੱਥੇ ਵੱਡੇ ਕਾਰੋਬਾਰ ਹੋ ਸਕਣ, ਵੱਡੀਆਂ ਕਚਹਿਰੀਆਂ ਬਣਨ, ਵੱਡੇ ਕੰਪਲੈਕਸ ਬਣਨ। ਉਹ ਜਿਹੜਾ ਆ ਪਿਛਲੇ 4 ਸਾਲਾਂ ਤੋਂ ਮੌਜੂਦਾ ਵਿਧਾਇਕ ਨੇ ਉਸ ਸਬ ਡਿਵੀਜ਼ਨ ਦੇ ਪੈਰ ਨਹੀਂ ਲੱਗਣ ਦਿੱਤੇ। ਮੈਂ ਭਿੱਖੀਵਿੰਡ ਦੇ ਵਿੱਚ ਇੰਜੀਨੀਅਰਿੰਗ ਕਾਲਜ ਖੋਲ੍ਹਿਆ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ, ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ, ਔਰ 2017 'ਚ ਸਰਕਾਰ ਬਦਲ ਗਈ ਤੇ ਇੱਕ ਤਰ੍ਹਾਂ 2017 ਦੇ ਵਿੱਚ ਹੀ ਉਹਨੂੰ ਤਾਲਾ ਲਾਤਾ। ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ। ਅੱਜ ਉਹ ਤਾਲਾ ਲੱਗਾ ਪਿਆ ਆ। ਕਰੋੜਾਂ ਰੁਪਏ ਦੀ ਇਹ 1 ਬਿਲਡਿੰਗ ਜਿਹੜੀ ਆ, ਅੱਜ ਉਹ ਐਮਐਲਏ ਸਾਹਿਬ ਦੀਆਂ ਨਾਕਾਮੀਆਂ ਕਰਕੇ ਉਹ ਅੱਜ ਖਤਮ ਹੋਈ ਪਈ ਹੈ। ਔਰ ਮੈਂ ਕਿਹੜੇ ਕੰਮ ਗਿਣਾਵਾਂ? ਭਿੱਖੀਵਿੰਡ ਦੀਆਂ ਗਲੀਆਂ ਨਾਲੀਆਂ, ਹਰ ਤਰ੍ਹਾਂ ਦਾ ਵਿਕਾਸ ਜਿਹੜਾ ਆ, ਜੇ ਹੋਇਆ ਤੇ ਅਕਾਲੀ ਸਰਕਾਰ ਵੇਲੇ ਹੋਇਆ। ਨੋਟੀਫਾਈਡ ਕਮੇਟੀ ਜਿਹੜੀ ਹੈ ਭਿੱਖੀਵਿੰਡ ਦਾ, ਇੱਥੇ ਪਹਿਲਾਂ ਕੋਈ ਵਾਲੀ ਵਾਰਸੀ ਨਹੀਂ ਸੀ, ਨਾ ਪੰਚਾਇਤ ਸੀ, ਨਾ ਕਮੇਟੀ ਸੀ। ਜਦੋਂ ਮੇਰੇ ਕੋਲ ਸੇਵਾ ਆਈ, ਮੈਂ ਇੱਥੇ ਕਮੇਟੀ ਲਿਆਂਦੀ, ਫਿਰ ਵਿਕਾਸ ਕੀਤਾ। ਸਬ ਤਹਿਸੀਲ ਸੀ ਭਿੱਖੀਵਿੰਡ, ਉਹਦੀ ਬਿਲਡਿੰਗ ਹੀ ਹੈ ਨਹੀਂ ਸੀ, ਵਧੀਆ ਸਬ ਤਹਿਸੀਲ ਬਣਾ ਕੇ ਦਿੱਤੀ। ਬੱਸ ਅੱਡੇ ਦੀ ਬੜੇ ਚਿਰ ਦੀ ਮੰਗ ਸੀ, ਬੱਸ ਅੱਡਾ ਬਣਾ ਕੇ ਦਿੱਤਾ। ਕਮੇਟੀ ਘਰ ਬਣਾ ਕੇ ਦਿੱਤਾ। ਔਰ ਨੀਲੇ ਕਾਰਡ ਮੇਰਾ ਖਿਆਲ ਕਿਉਂਕਿ ਛੱਡਿਆ ਕਿਸੇ ਨੂੰ ਨਹੀਂ, ਸਭ ਦੇ ਨੀਲੇ ਕਾਰਡ ਬਣਾਏ ਸੀ। ਅੱਜ ਵੱਡੇ ਪੱਧਰ ਤੇ ਕੱਟ ਦਿੱਤੇ ਗਏ, ਤੇ ਜੇ ਕਿਸੇ ਦਾ ਆਉਂਦਾ ਵੀ ਆ ਉਹਦੇ 'ਚ ਘਪਲਾ ਕੀਤਾ ਜਾਂਦਾ ਹੈ ਤੇ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ। ਸਭ ਤੋਂ ਵੱਡੀ ਗੱਲ ਜਿਹੜੀ ਹੈ, ਭਿੱਖੀਵਿੰਡ ਨੂੰ ਅਮਨ ਤੇ ਸ਼ਾਂਤੀ ਨਾਲ ਰੱਖਿਆ। ਔਰ ਹਰੇਕ ਪਰਿਵਾਰ ਦੇ ਨਾਲ ਮੈਂ ਜਾਤੀ ਤੌਰ ਤੇ ਸਾਂਝ ਰੱਖੀ। ਅੱਜ ਮੈਨੂੰ ਸਾਡੇ ਵਪਾਰੀ ਵਰਗ ਕਹਿੰਦਾ ਹੈ ਕਿ ਪਹਿਲੀ ਤੇ ਗੱਲ ਹੈ ਕਿ ਸਾਡਾ ਵੀ ਜੀ ਨਹੀਂ ਕਰਦਾ ਵੋਟ ਪਾਉਣ ਨੂੰ, ਜਾਣ ਨੂੰ, ਵੀ ਪਤਾ ਨਹੀਂ ਉੱਥੇ ਕੀ ਵਾਪਰ ਜਾਣਾ ਹੈ। ਤੇ ਸਾਡੀਆਂ ਘਰ ਦੀਆਂ ਨੇ ਤੇ ਬਿਲਕੁਲ ਨਹੀਂ ਜਾਣਾ, ਇੰਨੀ ਦਹਿਸ਼ਤ ਹੈ। ਪਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਹੋ ਗਿਆ ਸੋ ਹੋ ਗਿਆ, ਹੁਣ ਨਹੀਂ ਹੁੰਦਾ, ਹੁਣ ਨਹੀਂ ਜ਼ਰੂਰਤ ਪੈਂਦੀ।
ਔਰ ਨਾਲ ਹੀ ਮੈਂ ਪਹਿਲਾਂ ਵੀ ਮੰਗ ਕੀਤੀ ਸੀ ਪ੍ਰਸ਼ਾਸਨ ਕੋਲੋਂ, ਪੰਜਾਬ ਸਰਕਾਰ ਕੋਲੋਂ, ਇਲੈਕਸ਼ਨ ਕਮਿਸ਼ਨ ਕੋਲੋਂ ਕਿ ਇੱਥੋਂ ਦਾ DSP ਤੇ ਇੱਥੋਂ ਦਾ SHO ਜਿਨ੍ਹਾਂ ਨੇ ਗੁੰਡਾਗਰਦੀ ਦੇ ਵਿੱਚ ਹਮ ਮਸ਼ਵਰਾ ਹੋਏ ਨੇ, ਜਿਨ੍ਹਾਂ ਦੀ ਸਲਾਹ ਦੇ ਨਾਲ ਸਾਰਾ ਕੁਝ ਹੋਇਆ ਹੈ, ਉਹਨਾਂ ਨੂੰ ਇੱਥੋਂ ਤੁਰੰਤ ਤਬਦੀਲ ਕੀਤਾ ਜਾਵੇ। ਔਰ ਜੇ ਇਹਨਾਂ ਨੂੰ ਤਬਦੀਲ ਨਾ ਕੀਤਾ ਗਿਆ ਤਾਂ ਕਿਸੇ ਤਰ੍ਹਾਂ ਦੀ ਇੱਥੇ ਗੁੰਡਾਗਰਦੀ ਹੋ ਗਈ, ਕਿਸੇ ਤਰ੍ਹਾਂ ਦੀ ਕੋਈ ਇੱਥੇ ਗੈਰ ਕਾਨੂੰਨੀ ਕਾਰਵਾਈ ਹੋਗੀ ਤੇ ਉਹਦੇ ਵਾਸਤੇ ਦੋਸ਼ੀ DSP ਤੇ SHO ਹੋਣਗੇ। ਇਹ ਜਿਹੜੇ ਉੱਚ ਅਧਿਕਾਰੀ ਦੇਖ ਲੈਣ, ਪੰਜਾਬ ਸਰਕਾਰ ਦੇਖ ਲਵੇ, ਤੇ ਜੇ ਡਿਪਟੀ DSP ਭਿੱਖੀਵਿੰਡ ਦੇ ਪੈਰ ਭਾਰ ਝੱਲਦੇ ਨੇ ਤੇ SHO ਦੇ ਮੋਢੇ ਭਾਰ ਝੱਲਦੇ ਨੇ ਤੇ ਭੌਂ ਕੇ ਬਦਮਾਸ਼ੀ ਕਰਵਾ ਲੈਣੀ, ਤੇ ਬਦਮਾਸ਼ਾਂ ਦੇ ਨਾਲ ਬਦਮਾਸ਼ਾਂ ਆਪਣਿਆਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਪਾਲਿਆ ਆ ਉਹਨਾਂ ਨੂੰ ਕੰਟਰੋਲ 'ਚ ਕਰਕੇ ਰੱਖਣ। ਅਸੀਂ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਇਹ ਘਟਨਾ ਵਾਪਰੀ ਹੈ ਬਦਮਾਸ਼ੀ ਵਾਲੀ, ਉਸੇ ਦਿਨ ਤੋਂ ਹੀ ਉੱਚ ਅਧਿਕਾਰੀਆਂ ਨੂੰ ਕਹਿੰਦੇ ਆਏ ਕਿ ਸਾਡੇ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ। ਪਹਿਲੀ ਤਾਂ ਗੱਲ ਹੈ ਕਿ ਸਾਡੇ ਉਮੀਦਵਾਰ ਹੀ ਘਰਾਂ ਤੋਂ ਭਜਾਏ ਹੋਏ, ਹੁਣ ਜ਼ਮਾਨਤ ਮਿਲੀ ਹੈ, ਹੁਣ ਆਣ ਕੇ ਉਹ ਕੰਮ ਸ਼ੁਰੂ ਕਰਨਗੇ, ਹੁਣ ਆਣ ਕੇ ਉਹ ਕੰਪੇਨ ਕਰਨਗੇ, ਤੇ ਖਦਸ਼ਾ ਹੈ, ਡਰ ਹੈ ਕਿ ਪਹਿਲਾਂ ਉਹਨਾਂ ਨੇ ਬਦਮਾਸ਼ੀ ਕੀਤੀ, ਹੁਣ ਵੀ ਕਰਨਗੇ। ਅਸੀਂ ਵਾਰ-ਵਾਰ ਮੰਗ ਕੀਤੀ ਹੈ DC ਕੋਲੋਂ, SSP ਕੋਲੋਂ, ਲਿਖਤੀ ਤੌਰ ਤੇ ਵੀ। ਅੱਜ ਅਸੀਂ ਜਿਹੜੇ ਰਿਟਰਨਿੰਗ ਅਫਸਰ ਨੇ ਉਹਨਾਂ ਨੂੰ ਬਕਾਇਦਾ ਚਿੱਠੀ ਲਿਖੀ ਸੀ ਕਿ ਸਾਡੇ ਉਮੀਦਵਾਰਾਂ ਨੂੰ ਡਰ ਹੈ ਕਿ ਸਾਡਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਜਾ ਸਕਦਾ ਹੈ। ਸਾਨੂੰ ਪ੍ਰਚਾਰ ਦੇ ਦੌਰਾਨ ਤੇ ਇੱਥੇ ਅਮਨ ਸ਼ਾਂਤੀ ਬਣੀ ਰਹੇ, ਸੁਰੱਖਿਆ ਮੁਹੱਈਆ ਕਰਾਈ ਹੈ। SDM ਸਾਹਿਬ ਨੇ ਤਰਨਤਾਰਨ SSP ਨੂੰ ਬਕਾਇਦਾ ਇੱਕ ਚਿੱਠੀ ਬਣਾ ਕੇ ਲਿਖਿਆ ਹੈ ਕਿ ਇਹ ਜਿਹੜੀ ਹੈ ਇਹਨਾਂ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ। ਜੇ ਉਹ ਸੁਰੱਖਿਆ ਮੁਹੱਈਆ ਨਹੀਂ ਕਰਵਾਉਂਦੇ, ਇਹਦਾ ਮਤਲਬ SSP ਸਾਹਿਬ ਵੀ ਕਿਸੇ ਨਾ ਕਿਸੇ ਰੂਪ 'ਚ ਜਿਹੜਾ ਆ ਸਰਕਾਰੀ ਦਬਾਅ ਦੇ ਥੱਲੇ ਨੇ, ਸੱਤਾਧਾਰੀ ਧਿਰ ਦੇ ਦਬਾਅ ਦੇ ਥੱਲੇ ਨੇ, ਤੇ ਉਹਨਾਂ ਦੇ ਇਸ ਦਬਾਅ ਦੇ ਥੱਲੇ ਰਹਿਣ ਦੇ ਨਾਲ ਗੁੰਡਿਆਂ ਨੂੰ ਸ਼ਹਿ ਜ਼ਰੂਰ ਮਿਲੂਗੀ। ਹਾਈ ਕੋਰਟ 'ਚ ਵੀ ਗਏ ਹੋਏ ਹਾਂ। ਹਾਈ ਕੋਰਟ ਦੇ ਵਿੱਚ ਸਾਨੂੰ ਤੀਜੀ ਵਾਰ ਹਾਈ ਕੋਰਟ ਜਾਣਾ ਪਿਆ ਆ। ਉੱਥੇ ਵੀ ਸਾਡੀ ਸੁਣਵਾਈ ਚੱਲ ਰਹੀ ਹੈ। ਉੱਥੇ ਕਦੋਂ ਸੁਣਵਾਈ ਹੈ? ਪਰਸੋਂ ਉੱਥੇ ਸੁਣਵਾਈ ਹੈ, 11 ਤਰੀਕ ਨੂੰ। ਤੇ ਉੱਥੇ ਅਸੀਂ ਕਾਫੀ ਮਸਲੇ ਉਠਾਏ ਨੇ, ਇੱਥੋਂ ਦੀ ਗੁੰਡਾਗਰਦੀ, ਪੁਲਿਸ ਦੀ ਮਿਲੀ ਭੁਗਤ, ਕਾਲੀ ਉਮੀਦਵਾਰਾਂ ਨੂੰ ਦਬਾਉਣਾ, ਡਰਾਉਣਾ, ਦਹਿਸ਼ਤ ਪਾਉਣਾ, ਉਹ ਅਸੀਂ ਸਾਰੇ ਮਸਲੇ ਜਿਹੜੇ ਆ ਉਹ ਹਾਈ ਕੋਰਟ ਵਿੱਚ ਵੀ ਉਠਾਏ ਹੋਏ ਆ। ਤੇ ਉੱਥੋਂ ਵੀ ਬਕਾਇਦਾ ਸਾਨੂੰ ਆਸ ਹੈ ਕਿ ਕਾਫੀ ਡਾਇਰੈਕਸ਼ਨ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਤੇ ਜਿਹੜੇ ਚੋਣ ਅਧਿਕਾਰੀ ਆ ਉਹਨਾਂ ਨੂੰ ਹੋਣਗੀਆਂ। ਔਰ ਅਸੀਂ ਨਾਲ ਹੀ DC ਤਰਨਤਾਰਨ ਨੂੰ ਜਿਹੜੀਆਂ ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਉਮੀਦਵਾਰ ਆਪਣੇ ਖਰਚੇ ਤੇ ਪੋਲਿੰਗ ਬੂਥਾਂ ਦੇ ਉੱਤੇ ਵੀਡੀਓਗ੍ਰਾਫੀ ਕਰਾ ਸਕਦਾ ਆ। ਉਹ ਅਸੀਂ ਵੀਡੀਓਗ੍ਰਾਫੀ ਵਾਸਤੇ 13 ਦੇ 13 ਉਮੀਦਵਾਰਾਂ ਦੀ ਅਸੀਂ ਅਪਲਾਈ ਕਰਤਾ ਆ। ਉਹ ਸਾਨੂੰ ਮੇਰਾ ਖਿਆਲ ਹੈ ਸੈਂਕਸ਼ਨ ਹੋ ਗਈ ਹੈ। ਉਹ ਸੈਂਕਸ਼ਨ ਜਾਂ ਉਹ ਐਸੀ ਦੇ ਦਿੱਤੀਆਂ, ਉਹ ਸੈਂਕਸ਼ਨ ਹੋਣੀ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਇਸ ਤਰ੍ਹਾਂ ਦੀਆਂ ਨੇ। ਸੋ ਤੁਹਾਨੂੰ ਇਸ ਕਰਕੇ ਇਹ ਕਸ਼ਟ ਦਿੱਤਾ ਸਾਰਿਆਂ ਨੂੰ ਕਿ ਭਿੱਖੀਵਿੰਡ ਦੇ ਵਿੱਚ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਅਜਿਹੀ ਗੁੰਡਾਗਰਦੀ ਨਹੀਂ ਹੋਈ ਹੋਣੀ ਜੋ ਭਿੱਖੀਵਿੰਡ 'ਚ 2 ਤਰੀਕ ਨੂੰ ਹੋਈ ਹੈ। ਔਰ 2 ਤਰੀਕ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਾਇਆ ਗਿਆ, ਡਰਾ ਦਾ, ਡਰ ਦਾ, ਸਹਿਮ ਦਾ, ਔਰ ਜਿਹੜਾ ਪੁਲਿਸ ਰੋਲ ਅਦਾ ਕਰ ਰਹੀ ਹੈ, ਜਿਸ ਤਰ੍ਹਾਂ ਦੇ ਪੁਲਿਸ ਇੱਕ ਧਿਰ ਬਣ ਕੇ ਚੱਲ ਰਹੀ ਹੈ, ਪੁਲਿਸ ਹਮ ਮਸ਼ਵਰਾ ਹੋ ਕੇ ਗੁੰਡਾਗਰਦੀ ਕਰ ਰਹੀ ਹੈ ਤੇ ਕਰਵਾ ਰਹੀ ਹੈ, ਇਹ ਜਿਹੜੀਆਂ ਨੇ ਇਹ ਬਰਦਾਸ਼ਤ ਤੋਂ ਬਾਹਰ ਹੈ। ਔਰ ਇਲੈਕਸ਼ਨ ਜਿਹੜੀ ਅਸੀਂ ਪੀਸਫੁਲੀ ਚਾਹੁੰਦੇ ਹਾਂ, ਹਰ ਇੱਕ ਦਾ ਅਧਿਕਾਰ ਹੈ, ਲੋਕਤੰਤਰ ਦਾ ਸ਼ਿੰਗਾਰ ਹੈ ਚੋਣਾਂ ਜਿਹੜੀਆਂ ਨੇ। ਪਰ ਜੇ ਕਿਸੇ ਸਾਡੀ ਸਾਰੇ ਅਧਿਕਾਰੀਆਂ ਨੂੰ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਪਰ ਜਿਹੜਾ ਵੀ ਗੁਨਾਹ ਦੇ ਵਿੱਚ ਸ਼ਾਮਲ ਹੋਊਗਾ, ਜਿਹੜਾ ਵੀ ਕਾਨੂੰਨ ਨੂੰ ਤੋੜੂਗਾ, ਉਹ ਚਾਹੇ ਸਾਡਾ ਨੇੜੇ ਤੋਂ ਨੇੜੇ ਦਾ ਵੀ ਹੋਇਆ, ਸਾਂਝ ਵਾਲਾ ਵੀ ਹੋਇਆ, ਤੇ ਕਿਸੇ ਦਾ ਲਿਹਾਜ਼ ਨਹੀਂ। ਫਿਰ ਸਾਨੂੰ ਜਿੱਥੋਂ ਤੱਕ ਵੀ ਪਹੁੰਚਣਾ ਪਿਆ, ਹਾਈ ਕੋਰਟ 'ਚ ਸਾਨੂੰ ਜਿਸ ਤਰ੍ਹਾਂ ਦੀ ਵੀ ਕਾਰਵਾਈ ਅਦਾਲਤ ਦੇ ਵਿੱਚ ਉਠਾਉਣੀ ਪਈ ਜਾਂ ਜਿਸ ਵੀ ਫੋਰਮ 'ਤੇ ਸਾਨੂੰ ਉਠਾਉਣੀ ਪਈ, ਅਸੀਂ ਉਹਦੇ ਵਿਰੁੱਧ ਅਸੀਂ ਹਰ ਤਰ੍ਹਾਂ ਦੀ ਕਾਰਵਾਈ ਕਰਾਂਗੇ। ਔਰ ਹੋ ਸਕਦਾ ਹੈ ਕਿ ਅਸੀਂ ਜਿਹੜੀ 2 ਤਰੀਕ ਨੂੰ ਘਟਨਾ ਵਾਪਰੀ ਹੈ ਤੇ ਜੋ ਉਹਦੇ 'ਚ ਪੁਲਿਸ ਦਾ ਰੋਲ ਸਾਹਮਣੇ ਆ ਰਿਹਾ ਹੈ, ਜਿਸ ਰੂਪ 'ਚ ਆ ਰਿਹਾ ਹੈ, ਜਿਸ ਤਰ੍ਹਾਂ DSP ਨੇ ਕਿਹਾ ਕਿ ਹੁਣ ਕੀ ਕਹਿੰਦੇ ਜੇ ਢਾਲੋ, ਤੇ SHO ਨੇ ਕਿਹਾ ਫੜ ਲਓ, ਵੀ ਹੁਣ ਮੈਂ ਫੜਾਂ, ਢਾਓ ਇਹਨਾਂ ਨੂੰ।
ਤੇ ਜਿਹੜੇ ਲਲਕਾਰੇ ਇਹਨਾਂ ਨੇ ਮਾਰੇ ਡੀਐਸਪੀ ਨੇ ਤੇ ਐਸਐਚਓ ਨੇ, ਅਸੀਂ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪੁਲਿਸ ਅਧਿਕਾਰੀਆਂ ਵਿਰੁੱਧ ਇਸਤਗਾਸਾ ਵੀ ਪਾਈਏ। ਜੇ ਇਹਨਾਂ ਦੇ 14 ਤਰੀਕ ਤੱਕ ਇਹਨਾਂ ਦਾ ਰਵੱਈਆ ਇਹੀ ਰਿਹਾ, ਫਿਰ ਅਸੀਂ ਕੋਰਟ ਦੇ ਵਿੱਚ ਇਹਨਾਂ ਵਿਰੁੱਧ ਇਸਤਗਾਸਾ ਵੀ ਪਾਵਾਂਗੇ। ਸਾਡੇ ਕੋਲੇ ਬਿਆਨ ਦੇਣ ਵਾਲੇ ਵੀ ਹੈਗੇ ਆ, ਔਰ ਜਿਨ੍ਹਾਂ ਦੇ ਸਾਹਮਣੇ ਘਟਨਾ ਵਾਪਰੀ ਹੈ ਉਹ ਸਾਰਾ ਕੁਝ ਵੀ ਸਭ ਕੁਝ ਹੈਗਾ। ਇਸ ਕਰਕੇ ਜਿਹੜਾ ਅਸੀਂ ਨਹੀਂ ਚਾਹੁੰਦੇ, ਇਹਨਾਂ ਤੇ ਕੁਝ ਨਹੀਂ ਛੱਡਿਆ। 307 ਸਾਡੇ ਬੰਦਿਆਂ ਦੇ ਉੱਤੇ, ਮੋਹਤਬਰਾਂ ਦੇ ਉੱਤੇ 307 ਦਾ ਮੁਕੱਦਮਾ ਦਰਜ ਕੀਤਾ ਆ, ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਇਹ ਨੌਕਰੀ ਪੇਸ਼ੇ ਵਾਲੇ ਨੇ, ਬਚਾਅ ਰਹਿ ਜਾਵੇ। ਪਰ ਜੇ ਸਾਡੇ ਨਹੀਂ ਬਣਦੇ ਤੇ ਫਿਰ ਅਸੀਂ ਵੀ ਕਾਨੂੰਨ ਦਾ ਹਰੇਕ ਜਿਹੜਾ ਰਸਤਾ ਉਹ ਅਪਣਾਵਾਂਗੇ। ਤੁਹਾਡੇ ਜਿਹੜੇ ਕੈਂਡੀਡੇਟ ਆ, ਤੁਹਾਨੂੰ ਲੱਗਦਾ ਕਿ ਪੁਲਿਸ ਰਾਉਂਡ ਅਪ ਕਰ ਸਕਦੀ ਹੈ 14 ਤਰੀਕ? ਕੁਝ ਵੀ ਹੋ ਸਕਦਾ, ਪਰ ਸਾਨੂੰ ਪਰਵਾਹ ਨਹੀਂ ਇਸ ਗੱਲ ਦੀ। ਅਸੀਂ ਪੀਸਫੁਲੀ ਸ਼ਾਂਤੀ ਦੇ ਨਾਲ ਇਲੈਕਸ਼ਨ ਲੜਾਂਗੇ। ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਦੀ ਪਾਲਣਾ ਕਰਾਂਗੇ, ਕਾਨੂੰਨ ਦੀ ਪਾਲਣਾ ਕਰਾਂਗੇ। ਜੇ ਉਹਦੇ ਬਾਵਜੂਦ ਵੀ ਕੋਈ ਜ਼ਿਆਦਤੀ ਕਰਦਾ ਤੇ ਸਾਡੇ ਕੋਲੇ ਰਸਤਾ ਹੈ ਹਾਈ ਕੋਰਟ ਦਾ ਤੇ ਅਦਾਲਤ ਦਾ, ਤੇ ਫਿਰ ਅਸੀਂ ਵੀ ਸਾਰੇ ਸਬੂਤ ਇਕੱਠੇ ਕਰੀ ਜਾ ਰਹੇ ਹਾਂ ਤੇ ਬਖਸ਼ਦੇ ਨਹੀਂ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ